ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਾਡੇ ਤ੍ਰਿੰਜਣ ਸ਼ੋਅ ਦੇ ਵਿੱਚ ਅੱਜ ਫੇਰ ਸਾਂਝ ਪਾਈ। ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਜੀ ਆਇਆਂ ਨੂੰ। ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੀਜ਼ਨ 2 ਦੇ ਵਿੱਚ ਅਸੀਂ ਸਾਰੀਆਂ ਗੱਲਾਂ ਕਰ ਰਹੇ ਹਾਂ ਸੋਗ ਬਾਰੇ, ਗਰੀਫ ਬਾਰੇ, ਤੇ ਉਹਦੇ ਬਾਰੇ ਅਸੀਂ ਕਿਵੇਂ ਉਹਦਾ ਸਾਹਮਣਾ ਕਿਵੇਂ ਕਰਨਾ ਹੈ। ਤੇ ਹਮੇਸ਼ਾ ਸਾਡੇ ਸ਼ੋਅ ਦੇ ਵਿੱਚ ਜੈਸ ਭੈਣ ਜੀ ਸਾਡੇ ਨਾਲ ਸਾਂਝ ਪਾਉਂਦੇ ਨੇ, ਜੋ ਕਿ ਗਰੀਫ ਐਕਸਪਰਟ ਹੈਗੇ ਨੇ, ਤੇ ਸਾਰੀਆਂ ਸਾਨੂੰ ਇੰਨੀਆਂ ਗੱਲਾਂ ਸਿਖਾਉਂਦੇ, ਸਾਨੂੰ ਕਿੰਨਾ ਕੁਝ ਸਿੱਖਣ ਨੂੰ ਮਿਲਦਾ ਹੈ। ਅਸੀਂ ਪਿਛਲੇ ਸ਼ੋਅ ਦੇ ਵਿੱਚ ਥੋੜ੍ਹੀ ਬਹੁਤੀ ਗੱਲਬਾਤ ਕੀਤੀ ਸੀਗੀ ਸਟੇਜਿਸ ਬਾਰੇ ਭੈਣ ਜੀ। ਅਸੀਂ ਆ ਕੇ ਰੁਕੇ ਸੀਗੇ ਐਕਸੈਪਟੈਂਸ 'ਤੇ ਕਿ ਇੱਕ ਇਹ ਸਟੇਜ ਹੁੰਦੀ ਹੈ, ਤੇ ਉਸ ਤੋਂ ਅੱਗੇ ਵੀ ਇੱਕ ਸਟੇਜ ਹੁੰਦੀ ਹੈ ਭੈਣ ਜੀ, ਪਰ ਉਹਦੇ ਬਾਰੇ ਅਸੀਂ ਅੱਜ ਨਹੀਂ ਗੱਲ ਕਰਨਾ ਚਾਹੁੰਦੇ, ਕਿਉਂਕਿ ਮੇਰੇ ਦਿਮਾਗ ਦੇ ਵਿੱਚ ਸਿੰਸ ਲਾਸਟ ਵੀਕ, ਪਿਛਲੇ ਹਫਤੇ ਤੋਂ ਮੇਰੇ ਦਿਮਾਗ ਦੇ ਵਿੱਚ ਇੱਕ ਸਵਾਲ ਉੱਠ ਰਿਹਾ ਹੈ ਜੋ ਮੈਂ ਤੁਹਾਨੂੰ ਪੁੱਛਣਾ ਚਾਹ ਰਹੀ ਸੀਗੀ, ਪਰ ਪਿਛਲੇ ਹਫਤੇ ਸਾਡਾ ਟਾਈਮ ਨਿਕਲ ਗਿਆ ਸੀਗਾ। ਤੇ ਮੈਂ ਇਸ ਸ਼ੋਅ ਦੇ ਵਿੱਚ ਤੁਹਾਨੂੰ, ਕਿਉਂਕਿ ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਕਿ ਜਦੋਂ ਅਸੀਂ ਸੋਗ ਦੇ ਵਿੱਚੋਂ ਗੁਜ਼ਰ ਰਹੇ ਹਾਂ, ਜਾਂ ਸਾਡਾ ਕੋਈ ਜਾਣਨ ਵਾਲਾ, ਕੋਈ ਰਿਸ਼ਤੇਦਾਰ, ਕੋਈ ਵੀ ਜਦੋਂ ਸਾਡੀ ਜ਼ਿੰਦਗੀ ਦੇ ਵਿੱਚੋਂ ਗੁਜ਼ਰ ਜਾਂਦਾ ਹੈ, ਜਿਹਦੀ ਡੈਥ ਹੋ ਜਾਂਦੀ ਹੈ, ਤੇ ਅਸੀਂ ਆਪਣੇ ਬਹੁਤ ਗੱਲਾਂ ਕੀਤੀਆਂ ਕਿ ਅਸੀਂ ਕੀ ਸਾਡੇ ਨਾਲ ਹੁੰਦਾ ਹੈ, ਤੇ ਕੀ ਠੀਕ ਹੈ, ਕੀ ਗਲਤ ਹੈ, ਕਿਵੇਂ ਵੀ ਸਾਰਾ ਜੋ ਵੀ ਅਸੀਂ ਗੁਜ਼ਰ ਰਹੇ ਹੁੰਦੇ ਹਾਂ। ਮੇਰਾ ਸਵਾਲ ਇਹ ਸੀਗਾ ਭੈਣ ਜੀ ਕਿ ਜਦੋਂ ਅਸੀਂ ਖੁਦ ਨਹੀਂ ਗੁਜ਼ਰ ਰਹੇ ਹੁੰਦੇ ਇਸ ਚੀਜ਼ ਦੇ ਵਿੱਚੋਂ, ਪਰ ਸਾਡਾ ਕੋਈ ਜਾਣਨ ਵਾਲਾ, ਸਾਡਾ ਕੋਈ ਨਜ਼ਦੀਕੀ, ਸਾਡਾ ਕੋਈ ਰਿਸ਼ਤੇਦਾਰ, ਸਾਡਾ ਕੋਈ ਯਾਰ, ਕੋਈ ਦੋਸਤ, ਅਸੀਂ ਕੀ ਕਰ ਸਕਦੇ ਹਾਂ। ਆਪਾਂ ਗੱਲਾਂ ਕੀਤੀਆਂ ਕਿ ਅਸੀਂ ਖੁਦ ਲਈ ਕੀ ਕਰ ਸਕਦੇ ਹਾਂ, ਪਰ ਅਸੀਂ ਕਿਸੇ ਵਾਸਤੇ ਕੀ ਕਰ ਸਕਦੇ ਹਾਂ ਉਸ ਸਮੇਂ ਦੇ ਵਿੱਚ ਭੈਣ ਜੀ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਹ ਕੁਐਸਚਨ ਕੀਤਾ, ਸਵਾਲ ਕੀਤਾ, ਕਿਉਂਕਿ ਕਈ ਵਾਰੀ ਆਪਣੀ ਸੁਸਾਇਟੀ ਵਿੱਚ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕਰੀਏ ਕੀ, ਕਹੀਏ ਕੀ, ਕੁਛ ਲੈ ਕੇ ਜਾਈਏ, ਕੁਛ ਕਰੀਏ। ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਜੇ ਕਿਸੇ ਨੂੰ ਤੁਸੀਂ ਅਫਸੋਸ ਕਰਨ ਜਾ ਰਹੇ ਹੋ, ਮੈਂ ਕਹਾਂਗੀ ਪਹਿਲੇ ਤੁਸੀਂ ਚੈੱਕ ਕਰੋ ਕਿ ਉਹਨਾਂ ਨੇ ਤੁਹਾਨੂੰ ਉਹਨਾਂ ਨੇ ਆਪਣਾ ਘਰ ਬੁਲਾਇਆ ਆ, ਗੁਰਦੁਆਰੇ ਬੁਲਾਇਆ ਆ, ਕਿਸੇ ਹੋਰ ਥਾਂ 'ਤੇ ਤੁਹਾਨੂੰ ਬੁਲਾਇਆ ਆ। ਉਹ ਰਿਸਪੈਕਟ ਕਰੋ ਜੋ ਉਹ ਉਹਨਾਂ ਨੇ ਤੁਹਾਨੂੰ ਓਪਨਿੰਗ ਦਿੱਤੀ ਹੈ, ਕਿਉਂਕਿ ਕਿੰਨੀ ਵਾਰੀ ਸਾਨੂੰ ਹੁੰਦਾ ਕਿ ਸਾਡਾ ਗੁਜ਼ਰ ਗਿਆ, ਅਸੀਂ ਅਫਸੋਸ ਜ਼ਰੂਰ ਕਰਨਾ, ਉਹਨਾਂ ਦੇ ਘਰ ਜ਼ਰੂਰ ਜਾਣਾ ਹੈ। ਕਈ ਵਾਰੀ ਉਸ ਬੰਦੇ ਨੂੰ ਨਹੀਂ ਹੁੰਦਾ ਕਿ ਉਸ ਟਾਈਮ 'ਤੇ ਉਹ ਰੈਡੀ ਨਹੀਂ ਹੁੰਦੇ, ਉਹਨਾਂ ਨੂੰ ਖੁਦ ਉਹਨਾਂ ਨੂੰ ਆਪਣੇ ਲਈ ਸਮਾਂ ਚਾਹੀਦਾ ਹੁੰਦਾ ਇਸ ਚੀਜ਼ ਨੂੰ ਥੋੜਾ ਜਿਹਾ ਐਕਸੈਪਟ ਕਰਨ ਵਾਸਤੇ, ਕਿਉਂਕਿ ਐਜ਼ ਅ ਸੁਸਾਇਟੀ ਸਾਨੂੰ ਹੁੰਦਾ ਕਿ ਨਹੀਂ, ਸਾਡਾ ਉਹ ਲੱਗਦਾ ਆ, ਸਾਨੂੰ ਕਰਨਾ ਪੈਣਾ ਆ, ਲੋਕੀ ਕੀ ਕਹਿਣਗੇ, ਅਸੀਂ ਅਫਸੋਸ ਨਹੀਂ ਕੀਤਾ। ਜਾਂ ਇੱਥੇ ਮੈਂ ਤੁਹਾਨੂੰ ਰੋਕਾਂਗੀ ਭੈਣ ਜੀ, ਕਿਉਂਕਿ ਕਿਉਂ ਇਹ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਕਿਸਮ ਦਾ ਟਿਕ ਬਾਕਸ ਹੋ ਜਾਂਦਾ ਕਿ ਇਹ ਵੀ ਕਰਨਾ ਸੀ। ਤੁਸੀਂ ਇਹ ਗੱਲ ਕਹੀ ਕਿ ਲੋਕੀ ਕੀ ਕਹਿਣਗੇ, ਇਹਦਾ ਇਹ ਮਤਲਬ ਹੈ ਕਿ ਅਸੀਂ ਲੋਕੀ ਕੀ ਕਹਿਣਗੇ ਤਾਂ ਉਸ ਇਨਸਾਨ ਦੇ ਨਾਲ ਜਾ ਰਹੇ ਹਾਂ ਕਿ ਜੋ ਉਸ ਇਨਸਾਨ ਨੂੰ ਜਿਸ ਚੀਜ਼ ਦੀ ਜ਼ਰੂਰਤ ਹੈ, ਜੋ ਸ਼ਾਇਦ ਸਿਰਫ ਔਰ ਸਿਰਫ ਆਪਣੇ ਨਜ਼ਦੀਕੀ ਜਿਨ੍ਹਾਂ ਨੂੰ ਇੰਪੈਕਟ ਹੋਇਆ ਉਹਨਾਂ ਨਾਲ ਸਮਾਂ ਚਾਹੀਦਾ ਉਹਨਾਂ ਨੂੰ। ਜਿਸ ਇਨਸਾਨ ਉਹ ਚੀਜ਼ 'ਚੋਂ ਗੁਜ਼ਰ ਰਿਹਾ ਆ, ਉਹਨਾਂ ਨੂੰ ਪਤਾ ਕਿ ਉਸ ਟਾਈਮ 'ਤੇ ਉਹ ਕਿਹੜੇ ਹਾਲਾਤ ਵਿੱਚ ਹੈ, ਕੀ ਹੈਂਡਲ ਕਰ ਸਕਦੇ, ਕਿੰਨਾ ਲੋਕਾਂ ਨੂੰ ਮਿਲਣਾ ਚਾਹੁੰਦੇ। ਹਾਂਜੀ, ਇਸ ਟਾਈਮ 'ਤੇ ਸਾਨੂੰ ਸਬਰ ਰੱਖਣਾ ਪੈਂਦਾ, ਔਰ ਉਹ ਜਿਹੜੇ ਅਸੀਂ ਪਰਸਨਲਾਈਜ਼ ਕਰ ਲੈਂਦੇ ਹਾਂ ਕਿ ਉਹਨੇ ਤਾਂ ਕਿਸੇ ਨੂੰ ਬੁਲਾਉਂਦੇ ਨਹੀਂ, ਉਹਨਾਂ ਕਿਹਾ ਹਜੇ ਆ ਨਹੀਂ ਸਕਦੇ, ਫੋਨ ਨਹੀਂ ਕਰ ਸਕਦੇ, ਅਸੀਂ ਉਹ ਪਰਸਨਲੀ ਲੈ ਲੈਂਦੇ ਹਾਂ ਆਪਣੇ ਅਗੇਂਸਟ। ਉਹ ਸਾਡੇ ਬਾਰੇ ਨਹੀਂ ਹੁੰਦੀ, ਉਹਨਾਂ ਬਾਰੇ ਹੁੰਦੀ ਹੈ, ਉਹਨਾਂ ਬਾਰੇ ਉਹ ਗੱਲ ਹੁੰਦੀ ਹੈ। ਅਸੀਂ ਉਹ ਚੀਜ਼ ਦਾ ਗੁੱਸਾ ਕਰ ਲੈਂਦੇ ਹਾਂ ਕਿ ਉਹਨਾਂ ਨੇ ਤਾਂ ਕਿਹਾ ਤੁਸੀਂ ਘਰ ਨਹੀਂ ਜਾ ਸਕਦੇ, ਹਾਂਜੀ, ਸਾਡਾ ਤਾਂ ਜੱਬ ਬਣਦਾ ਆ। ਪਰ ਭੈਣ ਜੀ ਕਿੰਨੀਆਂ ਗੱਲਾਂ ਉਹਨਾਂ ਨੇ ਸੋਚਣੀਆਂ ਹੁੰਦੀਆਂ ਨੇ ਕਿ ਹੁਣ ਕਈ ਕੁਛ ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਮੈਂਟਲੀ, ਜੋ ਇਮੋਸ਼ਨਲੀ ਸਾਡੇ ਨਾਲ ਹੁੰਦੀਆਂ ਨੇ, ਪਰ ਇੱਕ ਫਿਜ਼ੀਕਲ ਤੌਰ 'ਤੇ ਵੀ ਕੋਈ ਫਿਊਨਰਲ ਨੂੰ ਔਰਗਨਾਈਜ਼ ਕਰਨਾ, ਜਾਂ ਸਾਰੇ ਮਤਲਬ ਕਿ ਉਸ ਟਾਈਮ 'ਤੇ ਉਹਨਾਂ ਨੇ ਕਈ ਕੁਛ ਔਰਗਨਾਈਜ਼ ਕਰਨਾ ਹੁੰਦਾ। ਅਸੀਂ ਉਹਨਾਂ ਦੇ ਫੋਨ ਦੇ ਉੱਤੇ ਅਸੀਂ ਉਹਨਾਂ ਦੇ ਘਰ ਜਾ ਕੇ ਪਹੁੰਚ ਜਾਈਏ, ਫਿਰ ਉਹਨਾਂ ਨੇ ਆਪਣੇ ਆਪ ਨੂੰ ਤੇ ਕੀ ਸੰਭਾਲਣਾ, ਉਹ ਆਪਣੇ ਗੈਸਟ ਨੂੰ ਸੰਭਾਲਦੇ ਰਾਜਨ ਕਿ ਉਹਦੇ ਲਈ ਚਾਹ ਬਣਾ ਤੇ ਇਹ ਕਰ ਕਿ ਇਹ ਮਤਲਬ ਕਿ ਉਸ ਟਾਈਮ ਤੇ ਇਹ ਸਾਡੇ ਬਾਰੇ ਨਹੀਂ ਹੈ, ਉਹਨਾਂ ਬਾਰੇ। ਅਸੀਂ ਥੋੜਾ ਪਿੱਛੇ ਹਟ ਲਓ ਜਾਂ ਪਹਿਲੇ ਪਤਾ ਕਰ ਲਓ ਕਿ ਤੁਸੀਂ ਨੇ ਕਦੋਂ ਕੀ ਸਿਸਟਮ ਰੈਡੀ ਆ, ਉਹ ਲੋਕੀ ਜਾ ਰਹੇ ਨੇ, ਉਹਨਾਂ ਨੇ ਅਲਾਉ ਕੀਤਾ ਆ, ਤੁਸੀਂ ਫੋਨ ਕਰ ਸਕਦੇ, ਪੁੱਛ ਲਓ, ਪੁੱਛਣ 'ਚ ਕੋਈ ਹਰਜ਼ ਨਹੀਂ ਆ। ਇਸ ਟਾਈਮ 'ਤੇ ਤੁਸੀਂ ਦੇਖਣਾ ਕਿ ਉਸ ਫੈਮਿਲੀ ਨੂੰ ਕਿਸ ਤਰ੍ਹਾਂ ਤੁਸੀਂ ਉਸ ਚੀਜ਼ ਸਪੋਰਟ ਕਰ ਸਕਦੇ, ਔਰ ਉਸ ਚੀਜ਼ 'ਚ ਤੁਸੀਂ ਐਡ ਨਹੀਂ ਕਰਨਾ ਕਿ ਉਹਨਾਂ ਦੀ ਉੱਤੋਂ ਦੀ ਹੋਰ ਇਸ਼ੂਜ਼ ਹੋਣ। ਪਹਿਲੀ ਗੱਲ ਤਾਂ ਮੈਂ ਆਲਵੇਜ਼ ਇਹ ਕਹਾਂਗੀ ਕਿ ਚੈੱਕ ਕਰੋ ਉਹਨਾਂ ਨੇ ਕੀ ਸਿਸਟਮ ਹੈ। ਜੇ ਗੁਰਦੁਆਰੇ ਜਾਣਾ, ਜ਼ਰੂਰੀ ਨਹੀਂ ਕਿ ਤੁਸੀਂ ਅਗਲੇ ਦੇ ਘਰ ਵੀ ਜਾਓ,
ਹਰ ਇੱਕ ਚੀਜ਼ ਦਾ ਟਾਈਮ ਸਮਾਂ ਹੁੰਦਾ, ਜੇ ਉਹ ਰੈਡੀ ਨਹੀਂ ਹੈ ਤੁਸੀਂ ਉਸ ਚੀਜ਼ ਨੂੰ ਗੁੱਸਾ ਨਾ ਕਰੋ, ਉਸ ਚੀਜ਼ ਨੂੰ ਪਰਸਨਲੀ ਨਾ ਲਓ। ਇਹ ਪਹਿਲੇ ਉਹ ਗੱਲ। ਫਿਰ ਦੂਸਰੀ ਗੱਲ ਹੈ ਕਿ ਜਦੋਂ ਤੁਸੀਂ ਕਿਸੇ ਨਾਲ ਜਾ ਕੇ ਤੁਸੀਂ ਅਫਸੋਸ ਕਰਦੇ ਹੋ, ਅਸੀਂ ਇੰਟੈਂਸ਼ਨਲੀ ਕਈ ਵਾਰੀ ਚੀਜ਼ਾਂ ਨਹੀਂ ਕਹਿਣਾ ਚਾਹੁੰਦੇ, ਪਰ ਸਾਡੇ ਕੋਲ ਉਸ ਟਾਈਮ 'ਤੇ ਕਈ ਗੱਲਾਂ ਕਹੀਆਂ ਜਾਂਦੀਆਂ ਕਿ ਐਕਚੁਅਲੀ ਉਸ ਬੰਦੇ ਨੂੰ ਨਾ ਤੇ ਉਹਨਾਂ ਨੂੰ ਹੈਲਪ ਕਰਦੇ ਆ, ਐਕਚੁਅਲੀ ਉਹਨਾਂ ਨੂੰ ਹੋਰ ਵੀ ਅਹਿਸਾਸ ਦੁੱਖ ਹੁੰਦਾ। ਅਸੀਂ ਬਾਰ-ਬਾਰ ਜੇ ਕਿਸੇ ਨੂੰ ਪੁੱਛੇ ਅੱਛਾ ਕੀ ਹੋਇਆ, ਹਾਂਜੀ, ਸ਼ਾਇਦ ਉਹ ਨਹੀਂ ਸਾਨੂੰ ਦੱਸਣਾ ਚਾਹੁੰਦੇ, ਮੇਬੀ ਉਸ ਟਾਈਮ ਤੇ ਉਸ ਚੀਜ਼ ਦਾ ਬਾਰ-ਬਾਰ ਗੱਲ ਰਿਪੀਟ ਕਰ ਕਰਕੇ ਉਹਨਾਂ ਤੇ ਅਸਰ ਹੋਰ ਵੀ ਖਰਾਬ ਹੋ ਰਿਹਾ ਹੈ। ਉਸ ਸਮੇਂ ਅਸੀਂ ਕੀ ਕਰ ਸਕਦੇ ਹਾਂ ਭੈਣ ਜੀ? ਸਿਰਫ ਉੱਥੇ ਜਾ ਕੇ ਸਾਡੀ ਹਾਜ਼ਰੀ ਕਾਫੀ ਹੈ, ਉਸ ਇਨਸਾਨ ਦੇ ਨਾਲ ਬੈਠਣਾ ਥੋੜੀ ਦੇਰ, ਜੋ ਉਹ ਗੱਲਾਂ ਕਰਨਾ ਚਾਹੁੰਦੇ ਆ ਉਹ ਸੁਣਨਾ, ਉਹ ਹਾਜ਼ਰੀ, ਔਰ ਜਸਟ ਉਹਨਾਂ ਨੂੰ ਕਹਿਣਾ ਕਿ ਮੈਂ ਅਫਸੋਸ ਕਰਦਾ, ਆਮ ਸੌਰੀ ਫॉर योर ਲੌਸ, ਜਿਸ ਤਰ੍ਹਾਂ ਵੀ ਹੋਇਆ, ਜੋ ਵੀ ਹੋਇਆ, ਆਮ ਸੌਰੀ ਫॉर योर ਲੌਸ। ਜ਼ਰੂਰੀ ਨਹੀਂ ਕਿ ਤੁਸੀਂ ਉਹਨਾਂ ਨੂੰ ਕਹੋ ਆਈ ਕੈਨ ਅੰਡਰਸਟੈਂਡ, ਕਿਉਂਕਿ ਵੀ ਅਸੀਂ ਨਹੀਂ ਅੰਡਰਸਟੈਂਡ ਕਰ, ਇਹ ਗੱਲ ਕਹਿਣੀ ਕਿ ਹਾਂ ਮੈਂ ਵੀ ਸਮਝ ਸਕਦੀ ਹਾਂ, ਅਸੀਂ ਨਹੀਂ, ਜਿਹੜਾ ਇਨਸਾਨ ਗੁਜ਼ਰ ਵੀ ਚੁੱਕਿਆ ਇਹਦੇ ਵਿੱਚੋਂ, ਸ਼ਾਇਦ ਉਹ ਵੀ ਨਹੀਂ ਸਮਝ ਸਕਦਾ, ਕਿਉਂਕਿ ਹਰ ਇੱਕ ਦਾ ਵੱਖਰਾ ਰਿਸ਼ਤਾ ਵੱਖਰਾ ਆ, ਉਹਦਾ ਐਕਸਪੀਰੀਅੰਸ ਵੱਖਰਾ ਆ। ਸੋ ਅਸੀਂ ਕੰਪੇਅਰ ਕਰਨਾ ਲੱਗ ਜਾਂਦੇ ਜੇ, ਔਰ ਇਟਸ ਵੈਰੀ ਹਿਊਮਨ ਨੇਚਰ ਹੁੰਦਾ ਕਿ ਜਿੱਦਾਂ ਮੇਰੇ ਡੈਡ ਦੀ ਜੇ ਡੈਥ ਹੋਈ ਹੈ, ਜੇ ਮੈਂ ਕਿਸੇ ਕੋਲ ਜਾਵਾਂ ਜਿਹਦੇ ਡੈਡ ਦੀ ਡੈਥ ਹੋਈ, ਇਟਸ ਵੈਰੀ ਈਜ਼ੀ, ਮੇਰੇ ਲਈ ਬਹੁਤ ਸੌਖਾ ਕਿ ਮੈਂ ਕਹਾਂ ਹਾਂ ਮੈਨੂੰ ਪਤਾ ਆ, ਪਰ ਨਾਟ ਨੈਸੈਸਰਲੀ। ਸੋ ਤੁਸੀਂ ਕਹਿ ਸਕਦੇ ਮੇਰੇ ਨਾਲ ਇਹ ਹੋਇਆ ਆ, ਲੇਕਿਨ ਜੋ ਤੇਰੇ ਨਾਲ ਹੋਇਆ ਮੈਂ ਇਸ ਵੇਲੇ ਆਮ ਸੌਰੀ ਕਿ ਮੈਂ ਇਮੈਜਿਨ ਵੀ ਨਹੀਂ ਕਰ ਸਕਦੀ ਕਿ ਤੁਹਾਡੇ ਨਾਲ ਆਇਆ, ਲੇਕਿਨ ਆਮ ਵੈਰੀ ਸੌਰੀ ਫॉर ਕਿਉਂਕਿ ਇਹ ਸੱਚ ਹੁੰਦਾ ਔਰ ਆਈ ਐਮ ਹੇਅਰ ਫॉर ਯੂ, ਮੈਂ ਇੱਥੇ ਆ, ਜੇ ਤੁਸੀਂ ਗੱਲਬਾਤ ਕਰਨੀ ਆ, ਜੇ ਤੁਹਾਡਾ ਕੋਈ ਦੋਸਤ ਆ ਕਿ ਮੈਂ ਆਮ ਹੇਅਰ ਫॉर ਯੂ ਜਸਟ ਟੂ ਲਿਸਨ, ਉਸ ਟਾਈਮ 'ਤੇ ਉਹ ਬੰਦਾ ਉਹ ਚੀਜ਼ ਨੂੰ ਸਮਝ ਵੀ ਨਹੀਂ ਸਕਦਾ ਕਿ ਹੋਇਆ ਕੀ ਆ। ਕਈ ਵਾਰੀ ਉਹ ਖੁਦ ਨੂੰ ਨਹੀਂ ਪਤਾ ਹੁੰਦਾ ਕਿ ਕੀ ਗੱਲ ਹੋ ਗਈ ਮੇਰੇ ਨਾਲ। ਸੋ ਕਈ ਵਾਰੀ ਯੂ ਜਸਟ ਨੀਡ ਟੂ ਲਿਸਨ, ਯੂ ਡੋਂਟ ਨੀਡ ਟੂ ਸੇ। ਤੁਹਾਨੂੰ ਜ਼ਰੂਰੀ ਨਹੀਂ ਕਿ ਤੁਸੀਂ ਕੁਝ ਉਹਨਾਂ ਨੂੰ ਐਡਵਾਈਸ ਦਿਓ ਉਸੇ ਵੇਲੇ, ਕਿਉਂਕਿ ਸਾਡਾ ਹਿਊਮਨ ਨੇਚਰ ਹੋਇਆ ਕਿ ਕਿਸੇ ਨੂੰ ਹੈਲਪ ਕਰੀਏ, ਉਸੇ ਵੇਲੇ ਅਸੀਂ ਉਹਨੂੰ ਫਿਕਸ ਕਰਨਾ ਚਾਹੁੰਦੇ, ਸਾਡਾ ਦਿਲ ਕਰਦਾ ਕਿ ਹਾਏ ਇਹਨੂੰ ਠੀਕ ਕਰ ਦਿੱਤੇ, ਤੂੰ ਰੋ ਨਾ। ਬਹੁਤ ਲੋਕੀ ਕਹਿੰਦੇ ਸਟਰੋਂਗ ਹੋ, ਹਾਂਜੀ ਇਹ ਗੱਲ ਦੇ ਨਾਲ ਮੈਂ ਵੀ ਸਹਿਮਤ ਨਹੀਂ ਹੈ, ਕਿਉਂਕਿ ਉਸ ਸਮੇਂ ਕੋਈ ਲੋਕ ਕਹਿੰਦੇ ਚੱਲ ਹੁਣ ਤੂੰ ਰੋ ਨਾ, ਚੱਲ ਹੁਣ ਤੂੰ ਸਟਰੋਂਗ ਹੋ, ਔਰ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਜੇ ਰੋਣ ਦੀ ਜ਼ਰੂਰਤ ਹੈ ਤੇ ਰੋ, ਸਟਰੋਂਗ ਹੋਣ ਦੀ ਕੋਈ, ਜੋ ਵੀ ਤੁਹਾਡੇ ਨਾਲ ਆਰਗੈਨਿਕਲੀ ਜੋ ਨੈਚੁਰਲੀ ਹੋ ਰਿਹਾ ਉਹੀ ਠੀਕ ਹੈ, ਜੋ ਵੀ ਕਰਨ ਦੀ ਜ਼ਰੂਰਤ ਹੈ ਤੁਸੀਂ ਕਰੋ, ਕੁਝ ਬਣਨ ਦੀ ਜਾਂ ਕਰਨ ਦੀ ਜ਼ਰੂਰਤ ਨਹੀਂ ਹੈ। ਆਫ ਕੋਰਸ ਇੱਕ ਪ੍ਰੈਕਟੀਕਲ ਤੌਰ ਤੇ ਸਾਨੂੰ ਬਹੁਤ ਕੁਝ ਕਰਨਾ ਪੈਂਦਾ ਹੈ, ਤੇ ਉਹਦੇ ਵਾਸਤੇ ਫਿਰ ਇਹ ਇੱਥੇ ਮੇਰਾ ਦੂਸਰਾ ਸਵਾਲ ਸੀਗਾ ਭੈਣ ਜੀ ਤੁਹਾਨੂੰ, ਇਹ ਤੇ ਚਲੋ ਹੋ ਗਿਆ ਇਮੀਡੀਏਟਲੀ, ਜਦੋਂ ਅਸੀਂ ਕਹਿੰਦੇ ਉਸ ਤੋਂ ਬਾਅਦ ਅਸੀਂ ਕਿਸ ਤਰੀਕੇ ਵਿੱਚ ਕਿਸੇ ਦੀ ਸਪੋਰਟ ਕਰ ਸਕਦੇ ਹਾਂ? ਸੋ ਪਹਿਲੇ ਤਾਂ ਪ੍ਰੈਕਟੀਕਲ ਸਪੋਰਟ, ਜਿਵੇਂ ਕੋਈ ਜੇ ਤੁਹਾਡੇ ਫਰੈਂਡ, ਜੇ ਫੈਮਿਲੀ ਵੀ ਨਾ ਹੋਵੇ, ਲੈਟਸ ਸੇ ਜੇ ਤੁਹਾਡੀ ਫਰੈਂਡ ਦੇ ਕਿਸੇ ਦੀ ਡੈਥ ਹੋ ਗਈ, ਤੁਸੀਂ ਉਹਨਾਂ ਨੂੰ ਪ੍ਰੈਕਟੀਕਲੀ ਕਿਸ ਤਰ੍ਹਾਂ ਸ਼ਾਪਿੰਗ, ਕੋਈ ਤੁਸੀਂ ਘਰ ਦੀਆਂ ਚੀਜ਼ਾਂ ਸਮਾਨ ਲਿਆਉਣਾ, ਜੇ ਕਿਸੇ ਨੂੰ ਛੱਡਣਾ, ਸਕੂਲ ਡ੍ਰੌਪ ਆਫ, ਪਿਕਅਪਸ, ਤੁਸੀਂ ਕਿਸ ਚੀਜ਼ 'ਚ ਪ੍ਰੈਕਟੀਕਲੀ ਤੁਸੀਂ ਉਹਨਾਂ ਨੂੰ ਹੈਲਪ ਕਰ ਸਕਦੇ ਹੋ। ਆਪਣਾ ਟਾਈਮ ਤੁਸੀਂ ਉਹਨਾਂ ਨੂੰ ਦੇ, ਜ਼ਰੂਰੀ ਨਹੀਂ ਕਿ ਤੁਸੀਂ ਉਹਨਾਂ ਨਾਲ ਜਾ ਕੇ, ਉਹਨਾਂ ਦਾ ਟਾਈਮ ਤੁਸੀਂ ਕਿਸ ਤਰ੍ਹਾਂ ਸੇਵ ਕਰ ਸਕਦੇ ਕਿ ਉਹਨਾਂ ਨੂੰ ਥੋੜ੍ਹਾ ਟਾਈਮ ਦੇਵੋ ਕਿ ਕਈ ਜਿਹੜੀਆਂ ਚੀਜ਼ਾਂ ਤੁਸੀਂ ਉਹਨਾਂ ਲਈ ਕਰ ਸਕਦੇ ਹੋ ਉਹ ਕਰੋ। ਇਜ਼ ਇਟ ਇਨਫ ਭੈਣ ਜੀ ਕਿਸੇ ਨੂੰ ਉਹ ਜਾ ਕੇ ਕਹਿ ਦੇਣਾ ਕਿ ਮੈਂ ਹੈ, ਜੇ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ, ਕਿ ਸਾਨੂੰ ਆਪਸ਼ਨਸ ਵੀ ਅਸੀਂ ਦੇ ਸਕਦੇ ਹਾਂ। ਸ਼ਾਇਦ ਉਸ ਸਮੇਂ ਉਸ ਇਨਸਾਨ ਦੇ ਦਿਮਾਗ ਦੇ ਵਿੱਚ ਨਹੀਂ ਆ ਰਿਹਾ ਕਿ ਇਹ ਵੀ ਠੀਕ ਹੈ ਕਿ ਅਸੀਂ ਅਗਰ ਕਹਿ ਦਈਏ ਕਿ ਮੈਂ ਇਹ ਵੀ ਕਰ ਸਕਦੀ ਹਾਂ ਜੇ ਤੁਹਾਨੂੰ ਇਹਦੀ ਲੋੜ ਪਈ, ਜਾਂ ਜੇ ਤੁਹਾਨੂੰ ਇਸ ਚੀਜ਼ ਦੀ ਲੋੜ ਪਈ, ਕਿ ਅਸੀਂ ਸੁਜੈਸ਼ਨਸ ਵੀ ਆਫਰ ਕਰ ਸਕਦੇ ਹਾਂ ਉਸ ਟਾਈਮ ਤੇ। ਹਾਂ, ਡੂ ਯੂ ਵਾਂਟ ਮੀ ਟੂ ਡੂ ਯੋਰ ਸ਼ਾਪਿੰਗ ਫॉर ਯੂ, ਤੁਹਾਡੀ ਲਾਂਡਰੀ, ਯੈਸ, ਇਫ ਇਟਸ ਅ ਕਲੋਜ਼ ਫਰੈਂਡ ਹਾਂਜੀ, ਐਂਡ ਦੇ ਆਰ ਸਟਰਗਲਿੰਗ, even household things can be difficult. ਅਸੀਂ ਕਿੰਨਾ ਇਸ ਚੀਜ਼ ਨੂੰ ਸੋਚਦੇ ਹਾਂ ਕਿ ਇਹ ਤੇ ਛੋਟੀ ਜੀ ਗੱਲ ਹੈ, ਪਰ ਉਹਨਾਂ ਵਾਸਤੇ ਘਰ ਦੀ ਸਫਾਈ, ਤੁਹਾਡੇ ਕੱਪੜੇ, ਜੋ ਵੀ ਕੁਕਿੰਗ, ਇਹ ਚੀਜ਼ਾਂ ਦੀ ਬਹੁਤ ਹੈਲਪ ਹੁੰਦੀ ਹੈ ਉਸ ਟਾਈਮ 'ਤੇ। ਸੋ ਜੇ ਤੁਹਾਡਾ ਰਿਸ਼ਤਾ ਹੈਗਾ ਕਿ ਤੁਸੀਂ ਕਲੋਜ਼ ਫਰੈਂਡਸ ਹੋ ਜਾਂ ਤੁਹਾਡੇ ਅਕੁਆਇੰਟੈਂਸਿਸ ਆ, ਤੁਸੀਂ ਇਹ ਆਫਰ ਕਰ ਸਕਦੇ ਹੋ, ਆਫਰ ਕਰੋ, ਔਰ ਇਸ ਤਰ੍ਹਾਂ ਆਫਰ ਕਰੋ ਕਿ ਦੇਖ ਮੇਰੇ ਲਈ ਇਹ ਔਖਾ ਨਹੀਂ, ਆਈ ਵਾਂਟ ਟੂ ਡੂ ਦਿਸ, ਆਈ ਐਮ ਹੇਅਰ ਫॉर ਯੂ। ਕਿਉਂਕਿ ਲੋਕਾਂ ਸਾਨੂੰ ਹੁੰਦਾ ਕਿ ਨਹੀਂ ਅਸੀਂ ਕਿਸੇ 'ਤੇ ਖੇਚਲ ਕਰ ਰਹੇ ਹਾਂ, ਉਹਨਾਂ ਨੂੰ ਓਬਲੀਗੇਸ਼ਨ ਹੋ ਰਹੀ ਆ, ਸੋ ਉਹਨਾਂ ਨੂੰ ਇਹ ਮਹਿਸੂਸ ਕਰਾਉਣਾ ਕਿ ਨਹੀਂ ਮੈਂ ਵਾਕਈ ਇੱਥੇ ਹਾਂ, ਤੁਸੀਂ ਮੈਨੂੰ ਦੱਸੋ ਮੈਂ ਤੁਹਾਡੇ ਲਈ ਕੀ ਕਰ ਸਕਦੀ, ਕੀ ਕਰ ਸਕਦੀ। ਸਾਰੀਆਂ ਗੱਲਾਂ ਉਸ ਇਨਸਾਨ ਬਾਰੇ, ਸਾਡੇ ਬਾਰੇ ਨਹੀਂ, ਕਿ ਤੁਸੀਂ ਦੱਸੋ ਅਸੀਂ
ਕਿਸ ਤਰੀਕੇ ਦੇ ਵਿੱਚ ਤੁਹਾਡੀ ਸਪੋਰਟ ਕਰ ਸਕਦੇ ਆ ਤੇ ਉਸ ਤਰੀਕੇ ਦੇ ਵਿੱਚ। ਔਰ ਆਈ ਥਿੰਕ ਇਹ ਵੀ ਕਾਫੀ ਜ਼ਰੂਰੀ ਹੈ ਕਿ ਅਗਰ ਅਸੀਂ ਨਹੀਂ ਕਰ ਸਕਦੇ ਕਿਸੇ ਕਿਸਮ ਦੀ ਤਾਂ ਫਿਰ ਉਹ ਵੀ ਦੱਸਣਾ ਜ਼ਰੂਰੀ ਦੱਸ ਦਿਓ ਕਿ ਹਾਂ ਮੇਰੇ ਲਈ ਮੁਸ਼ਕਿਲ ਵੀ ਮੈਂ ਇਹ ਕਰ ਸਕਦੀ ਹਾਂ ਇਹ ਨਹੀਂ। ਸੋ ਦੈਟਸ ਪ੍ਰੈਕਟੀਕਲ, ਜਿਹੜੀ ਤੁਹਾਡੀ ਪ੍ਰੈਕਟੀਕਲ ਸਪੋਰਟ। ਫਿਰ ਇਹ ਨਹੀਂ ਕਿ ਹੁਣ ਥੋੜੀ ਦੇਰ ਗੁਜ਼ਰ ਗਈ ਹੈ ਕਿ ਪਹਿਲਾਂ ਫਰੈਸ਼ ਸੀਗਾ, ਜਿਸ ਬੰਦੇ ਦਾ ਇਨਸਾਨ ਚਲੇ ਗਿਆ ਆ ਉਸ ਬੰਦੇ ਨੂੰ ਤਾਂ ਹਮੇਸ਼ਾ ਯਾਦ ਰੱਖਣਾ। ਸੋ ਫਿਰ ਵੀ ਤੁਸੀਂ ਜਾ ਕੇ ਜੇ ਉਹਨਾਂ ਨਾਲ ਜਾ ਕੇ ਬੈਠੋ, ਉਹਨਾਂ ਦੇ ਜਿਸ ਬੰਦੇ ਦੀ ਡੈਥ ਹੋਈ ਉਹਨਾਂ ਦੀਆਂ ਗੱਲਾਂ ਸੁਣੋ, ਉਹਨਾਂ ਦੀਆਂ ਗੱਲਾਂ ਕਰੋ। what happens usually ਆਪਾਂ ਗੱਲਬਾਤ ਬੰਦ ਕਰ ਦਿੰਦੇ, ਸਾਨੂੰ ਡਰ ਲੱਗਦਾ ਕਿ ਜੇ ਮੈਂ ਦੁਬਾਰਾ ਉਸ ਬੰਦੇ ਦਾ ਨਾਮ ਲਿਆ ਉਹਨੇ ਫਿਰ ਅਪਸੈਟ ਹੋ ਜਾਣ, ਹਾਂਜੀ ਰੋ ਨਾ ਪਵੇ। ਐਕਚੁਅਲੀ ਜਿਹੜੇ ਬੰਦੇ ਦੀ ਜਿਸ ਬੰਦੇ ਨਾਲ ਇਹ ਸੋਗ ਜੋ ਗੁਜ਼ਰ ਰਿਹਾ ਹੈ ਉਸ ਬੰਦੇ ਨੂੰ ਆਪਣੇ ਬੰਦੇ ਨੂੰ ਯਾਦ ਕਰਨ ਤੋਂ ਮਤਲਬ ਉਸ ਚੀਜ਼ ਨਾਲੋਂ ਜ਼ਿਆਦਾ ਕੁਝ ਹੋਰ ਇੰਪੋਰਟੈਂਟ ਨਹੀਂ ਹੁੰਦਾ। ਮੈਨੂੰ ਪਤਾ ਜਦੋਂ ਮੇਰੇ ਪਾਪਾ ਦੀ ਡੈਥ ਹੋਈ ਸੀਗੀ ਮੈਨੂੰ ਬਹੁਤ ਅੱਛਾ ਲੱਗਦਾ ਸੀ ਜੇ ਕੋਈ ਮੇਰੇ ਨਾਲ ਆਣ ਕੇ ਗੱਲ ਕਰਦਾ ਸੀ, ਉਹਨਾਂ ਦੀ ਕੋਈ ਸਟੋਰੀ ਦੱਸਦਾ, ਕੋਈ ਪੁਰਾਣੀ ਯਾਦ ਸ਼ੇਅਰ ਕਰਨੀ ਕਿ ਉਹ ਤੇਰੇ ਪਾਪਾ ਨੇ ਮੈਨੂੰ ਇਸ ਤਰ੍ਹਾਂ ਕਿਹਾ। ਓਬਵੀਅਸਲੀ ਮੈਂ ਅਪਸੈਟ ਹੁੰਦੀ ਸੀਗੀ, ਸੈਡ ਹੁੰਦੀ ਸੀਗੀ ਕਿ ਉਹ ਤਾਂ ਮੇਰਾ ਸੋਗ ਹੈ, ਲੇਕਿਨ ਮੈਨੂੰ ਬਹੁਤ ਅੱਛਾ ਲੱਗਦਾ ਸੀ ਕਿ ਉਹਨਾਂ ਦਾ ਕੋਈ ਨਾਮ ਯਾਦ ਕਰ ਰਿਹਾ, ਉਹਨਾਂ ਦੀ ਗੱਲ ਕਰ ਰਿਹਾ। ਉਹਨਾਂ ਦਾ ਨਾਮ ਹੀ ਕਿਉਂਕਿ ਅਸੀਂ ਲੈਣਾ, ਸਾਨੂੰ ਕਈ ਵਾਰੀ ਲੋਕੀ ਨਾਮ ਹੀ ਨਹੀਂ ਕਿਸੇ ਦਾ ਲੈਂਦੇ। ਜੇ ਅਸੀਂ ਕਿਸੇ ਕੋਈ ਬਾਹਰ ਫੰਕਸ਼ਨ 'ਚ ਜਾਂਦੇ ਹਾਂ ਵੀ ਉਸ ਬਾਰੇ ਨਹੀਂ ਗੱਲ ਕਰਨੀ, ਕੋਈ ਉਹ ਕਿਸੇ ਦਾ ਪੁੱਛਦਾ ਵੀ ਨਹੀਂ ਆ ਕਿ ਕਿਸ ਤਰ੍ਹਾਂ, ਕਿ ਤੁਸੀਂ ਉਹਨਾਂ ਨੂੰ ਡਰ ਲੱਗਦਾ। ਐਕਚੁਅਲੀ ਕਿਸੇ ਦਾ ਹਾਲ ਚਾਲ ਪੁੱਛਣਾ, ਉਸ ਬੰਦੇ ਬਾਰੇ ਪੁੱਛਣਾ ਕੋਈ ਖਰਾਬ ਗੱਲ ਨਹੀਂ ਹੈ। ਤੁਸੀਂ ਪੁੱਛੋ, ਸੈਂਸਿਟਿਵਲੀ ਪੁੱਛੋ ਕਿ ਸਪੈਸ਼ਲੀ ਦਾ ਕੋਈ ਫੰਕਸ਼ਨ ਹੋਣ, ਵਿਆਹ ਸ਼ਾਦੀ ਹੋਏ ਜਾਂ ਕੋਈ ਜੇ ਤੁਹਾਡਾ ਕੋਈ ਆਪਣਾ ਨਹੀਂ ਹੈ, ਉਹ ਲੋਕੀ ਯੂਜੂਅਲੀ ਕਹਿੰਦੇ ਉਸ ਬੰਦੇ ਬਾਰੇ ਗੱਲ ਹੀ ਨਹੀਂ ਛੇੜਨਗੇ ਕਿ ਉਹ ਅਪਸੈਟ ਨਾ ਹੋਏ। ਲੇਕਿਨ ਤੁਸੀਂ ਪੁੱਛੋ ਔਰ ਕਹਿ ਦਿਓ ਕਿ ਹਾਂ ਉਸ ਬੰਦੇ ਦੀ ਬਹੁਤ ਕਮੀ ਮਹਿਸੂਸ ਹੋ ਰਹੀ ਹੈ। ਜਿਸ ਬੰਦੇ ਦਾ ਉਹ ਡੈਥ ਹੋ ਗਈ ਹੈ ਉਸ ਬੰਦੇ ਨੂੰ ਤੁਸੀਂ ਅਲਾਈਵ ਰੱਖੋ, ਉਸ ਬੰਦੇ ਲਈ ਜਿਹੜਾ ਹੈਗਾ ਆ ਇੱਥੇ। ਸੋ ਮੇਰੇ ਫੈਮਿਲੀ ਵਿੱਚ ਮੈਨੂੰ ਕੋਈ ਕਹਿੰਦਾ, ਜਿਹੜੇ ਮੇਰੇ ਕਜ਼ਨਸ ਦੀ ਵੀ ਮੈਰਿਜ ਹੋਈ ਸੀਗੀ, ਹਮੇਸ਼ਾ ਕਹਿੰਦੇ ਸੀ ਕਿ ਜੇ ਤੇਰੇ ਪਾਪਾ ਹੁੰਦੇ ਉਹ ਇਸ ਤਰ੍ਹਾਂ ਕਰਦੇ ਇਸ ਤਰ੍ਹਾਂ ਕਰਦੇ। ਓਬਵੀਅਸਲੀ ਥੋੜ੍ਹਾ ਜਿਹਾ ਅਪਸੈਟਿੰਗ ਹੁੰਦਾ ਆ, ਲੇਕਿਨ ਬਹੁਤ ਅੱਛਾ ਲੱਗਦਾ ਆ ਉਸ ਬੰਦੇ ਨੂੰ ਕਿ ਹਾਂ ਮੇਰੇ ਪਾਪਾ ਨੂੰ ਵੀ ਕੋਈ ਯਾਦ ਕਰ ਰਿਹਾ ਆ। ਸੋ ਇਸ ਚੀਜ਼ ਤੋਂ ਬਹੁਤ ਲੋਕੀ ਘਬਰਾਉਂਦੇ ਨੇ। ਜਿਹੜਾ ਸੋਗ ਹੈ, ਗਰੀਫ ਹੈ, ਉਹ ਆਲਰੇਡੀ ਇੰਨਾ ਆਈਸੋਲੇਟਿੰਗ, ਇਕੱਲਾਪਨ ਇਹੋ ਜਿਹੀ ਉਹ ਚੀਜ਼ ਹੈ। ਫਿਰ ਤੁਸੀਂ ਉਸ ਬੰਦੇ ਨੂੰ ਅਵੋਇਡ ਕਰਦੇ ਹੋ, ਹੋਰ ਵੀ ਉਹ ਇਕੱਲਾ ਹੋ ਜਾਂਦਾ, ਹੋਰ ਵੀ ਇਕੱਲਾ ਹੁੰਦਾ। ਕਈ ਵਾਰੀ ਜਦੋਂ ਤੁਸੀਂ ਰੋਜ਼ ਰਸਤੇ 'ਚ ਵੀ ਜਾਂਦੇ ਹੋ, ਜੇ ਤੁਹਾਨੂੰ ਪਤਾ ਕਿਸੇ ਦੀ ਡੈਥ ਹੋ ਗਈ, ਤੁਸੀਂ ਕਈ ਲੋਕੀ ਅਵੋਇਡ ਕਰਦੇ, ਰਸਤਾ ਕੱਟ ਕੇ ਕਿਸੇ ਉਧਰ ਕੇ ਅਸੀਂ ਗੱਲ ਨਹੀਂ ਕਰਨੀ ਵੀ ਐਵੇਂ ਅਸੀਂ ਉਹਨੂੰ ਮਿਲਾਂਗੇ ਕੀ ਕਰਾਂਗੇ। ਐਕਚੁਅਲੀ ਉਸ ਬੰਦੇ ਨੂੰ ਉਸ ਬੰਦੇ ਦੀ ਗੱਲ ਕਰਨ ਤੋਂ ਬਜਾਏ ਹੋਰ ਚੰਗੀ ਗੱਲ ਹੋ ਹੀ ਨਹੀਂ ਸਕਦੀ ਕਿ ਅੱਜ ਮੈਨੂੰ ਕਿਸੇ ਨੇ ਉਹਨਾਂ ਬਾਰੇ ਪੁੱਛਿਆ। ਪਰ ਕਈ ਵਾਰੀ ਤੁਹਾਨੂੰ ਭੈਣ ਜੀ ਇਸ ਤਰ੍ਹਾਂ ਵੀ ਲੱਗਦਾ ਕਿ ਇੱਕ ਤੇ ਚਲੋ ਅਸੀਂ ਅਵੋਇਡ ਜਿਹੜਾ ਕਰਦੇ ਆ ਪਰ ਜਿਹਦਾ ਜੋ ਇਸ ਵਿੱਚੋਂ ਦੀ ਲੰਘ ਰਿਹਾ ਹੈ, ਜਿਹਦੇ ਨਾਲ ਇਹ ਬੀਤ ਰਹੀ ਹੈ, ਕਿ ਸ਼ਾਇਦ ਕੋਈ ਇਸ ਤਰ੍ਹਾਂ ਦਾ ਵੀ ਸਮਾਂ ਹੁੰਦਾ ਕਿ ਉਹ ਖੁਦ ਅਵੋਇਡ ਕਰਨਾ ਚਾਹੁੰਦੇ ਆ ਕਿਉਂਕਿ ਉਹ ਨਹੀਂ ਕਿਸੇ ਨਾਲ ਗੱਲ ਕਰਨਾ ਚਾਹੁੰਦੇ। ਕਦੇ ਉਹ ਆਪਣੇ ਇਕੱਲੇਪਨ ਦੇ ਵਿੱਚ ਉਸ ਇਨਸਾਨ ਨੂੰ ਯਾਦ ਕਰਨਾ ਚਾਹੁੰਦੇ ਨੇ। ਸੋ ਤੁਸੀਂ ਇਸ ਤਰ੍ਹਾਂ ਮਤਲਬ ਇਹ ਨਹੀਂ ਕਿ ਤੁਸੀਂ ਗਹਿਰੀ ਗੱਲ ਸ਼ੁਰੂ ਕਰੋ, ਪੁੱਛ ਲਓ ਕਿ ਤੁਹਾਨੂੰ ਕਿਸ ਚੀਜ਼। ਔਰ ਜੇ ਉਹ ਬੰਦਾ ਐਕਚੁਅਲੀ ਅਪਸੈਟ, ਉਹ ਵਾਕਈ ਰੈਡੀ ਨਹੀਂ ਹੈ, ਉਹ ਗੱਲ ਨਹੀਂ ਕਰੇਗਾ ਔਰ ਤੁਸੀਂ ਸਮਝ ਲਓ ਕਿ ਓਕੇ ਇਹ ਬੰਦਾ ਨਹੀਂ ਰੈਡੀ ਜਾਂ ਗੱਲ ਨਹੀਂ ਕਰਨਾ ਪੈਂਦੇ। ਇਹ ਚੀਜ਼ ਇਸ ਤਰ੍ਹਾਂ ਹੈ ਕਿ ਤੁਸੀਂ ਅੰਦਾਜ਼ੇ ਨਾਲ ਤੁਸੀਂ ਨੈਵੀਗੇਟ ਕਰਦੇ ਹੋ। ਐਂਡ ਆਈ ਥਿੰਕ ਦੂਸਰੀ ਗੱਲ ਹੈ ਕਿ ਜੋ ਬੀਤ ਰਿਹਾ ਸ਼ਾਇਦ ਉਹਨਾਂ ਵਾਸਤੇ ਵੀ ਕਿ ਉਹ ਵੀ ਆਪਣੇ ਜਿਹੜੇ ਆਉਂਦੇ ਨੇ ਉਹ ਸਪੋਰਟ ਆਫਰ ਕਰਨ ਕਿ ਉਹਨਾਂ ਨੂੰ ਦੱਸ ਸਕਦੇ ਨੇ ਕਿ ਮੈਂ ਵੀ ਇਸ ਸਮੇਂ ਮੇਰੇ ਲਈ ਇਹ ਠੀਕ ਨਹੀਂ ਆ ਅਤੇ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹਦੇ ਬਾਰੇ ਗੱਲ ਕਰਨਾ ਚਾਹਾਂਗੀ ਜਾਂ ਚਾਹਾਂਗਾ। ਸੋ follow their lead, ਉਹਨਾਂ ਨੂੰ ਪੁੱਛ ਲਓ ਕਿ ਤੁਸੀਂ ਠੀਕ ਹੋ, ਜੇ ਤੁਸੀਂ ਕੋਈ ਨਹੀਂ, ਜੇ ਤੁਹਾਨੂੰ ਹੋਏਗਾ ਮੈਂ ਨਹੀਂ ਗੱਲ ਕਰਦੀ, at least give them the option, ਵੀ ਉਹਨਾਂ ਨੂੰ ਕਰੋ ਕਿ ਉਹ ਲੀਡ ਕਰਨ ਤੇ ਤੁਸੀਂ ਉਸ ਚੀਜ਼ ਨੂੰ ਫੋਲੋ ਕਰਨਾ ਹੈ। ਔਰ ਜੋ ਟਾਈਮ ਲੱਗਦਾ ਆ ਆਪਾਂ ਸਾਰੇ ਆਪਣੀ ਲਾਈਫ ਵਿੱਚ ਅੱਗੇ ਜਾਂਦੇ, ਜਿਹੜੇ ਵਾਸਤੇ ਉਹ ਲੋਸ ਹੈਗਾ ਉਹ ਜ਼ਿੰਦਗੀ ਭਰ ਦਾ। ਸੋ ਜਦੋਂ ਕੋਈ ਦਿਨ ਤਿਉਹਾਰ ਆਉਂਦਾ ਆ, ਜਿੱਦਾਂ ਦੀਵਾਲੀ ਆਏ ਜਾਂ ਉੱਦਾਂ ਜਾਂ ਉਹਨਾਂ ਦਾ ਜਨਮ ਦਿਨ, ਉਹਨਾਂ ਨੂੰ ਫੋਨ ਕਰਕੇ ਉਹਨਾਂ ਦਾ ਨਾਮ ਲੈ ਲਓ। ਉਹਨਾਂ ਨੂੰ ਯੂਜੂਅਲੀ ਫਸਟ ਈਅਰ 'ਚ ਸਾਰਿਆਂ ਨੂੰ ਹੁੰਦਾ ਕਿ ਕਿਉਂਕਿ ਇਹ ਪਹਿਲੀ ਵਾਰੀ ਹੋਇਆ ਹੁੰਦਾ, ਇਹ ਪਹਿਲੀ ਦੀਵਾਲੀ ਉਹਨਾਂ ਦੇ ਬਿਨਾਂ ਜਾਂ ਇਹ ਪਹਿਲਾ ਜਨਮ ਦਿਨ ਉਹਨਾਂ ਦੇ ਬਿਨਾਂ। ਔਰ ਸਿਰਫ ਉਹਨਾਂ ਦਾ ਜਨਮ ਦਿਨ ਨਹੀਂ, ਆਪਣਾ ਵੀ, ਜਦੋਂ ਕਿ ਮੈਂ ਹਮੇਸ਼ਾ ਉਸ ਇਨਸਾਨ ਨਾਲ ਆਪਣਾ ਜਨਮ ਦਿਨ ਮਨਾਇਆ ਜਾਂਦਾ ਸੀਗਾ ਤੇ ਇਹ ਪਹਿਲੀ ਵਾਰੀ
ਕੱਲਿਆਂ ਨੇ ਮਨਾਉਣਾ ਹੈ ਉਸ ਇਨਸਾਨ ਤੋਂ ਬਗੈਰ। ਸੋ ਇਹ ਚੀਜ਼ਾਂ ਨੂੰ ਅਸੀਂ ਕਿਵੇਂ ਇੱਕ ਕਿਸਮ ਦਾ ਤੁਸੀਂ ਕੀ ਕਹਿ ਸਕਦੇ ਹੋ, ਇਹ ਫਸਟ ਈਅਰ ਮੁਸ਼ਕਿਲ ਹੁੰਦੀ ਹੈ ਕਿ ਹਰ ਈਅਰ ਉਵੇਂ ਦੀ ਹੁੰਦੀ ਹੈ? ਇਹ ਤਾਂ ਤੁਸੀਂ ਕੰਪੇਅਰ ਨਹੀਂ ਕਰ ਸਕਦੇ। ਫਸਟ ਈਅਰ ਆਪਣੀ ਓਨ ਮੁਸ਼ਕਿਲਾਂ ਨਾਲ ਆਉਂਦਾ ਹੈ ਕਿਉਂਕਿ ਉਹ ਤੁਸੀਂ ਕਦੇ ਐਕਸਪੀਰੀਅੰਸ ਨਹੀਂ ਕੀਤਾ ਹੁੰਦਾ। ਫਸਟ ਤੁਹਾਡੇ ਕੋਈ ਕਿਸੇ ਘਰ 'ਚ ਜਨਮ ਹੋਇਆ ਆ, ਕੋਈ ਜਨਮ ਦਿਨ ਆਇਆ ਆ, ਦੀਵਾਲੀ ਆਈ ਹੈ, ਤੁਹਾਡੀ ਐਨੀਵਰਸਰੀ ਆਈ ਹੈ, ਜੋ ਵੀ ਫਸਟ ਕਿਉਂਕਿ ਇਹ ਪਹਿਲੀ ਵਾਰੀ ਹੁੰਦਾ ਕਿ ਅਸੀਂ ਇਸ ਤੋਂ ਪਹਿਲਾਂ ਸਿੰਪਲ ਥਿੰਗਸ ਲਾਈਕ ਫਸਟ ਟਾਈਮ ਜਦੋਂ ਮੈਨੂੰ ਪਤਾ ਮੇਰੇ ਪਾਪਾ ਦੀ ਜਦੋਂ ਡੈਥ ਹੋਈ, ਮੈਂ ਵਾਪਸ UK ਆਈ, ਮੈਂ ਆਪਣੀ ਡਾਟਰਸ ਨੂੰ ਸਕੂਲ ਜਦੋਂ ਫਸਟ ਟਾਈਮ ਵਾਪਸ ਛੱਡਣ ਗਈ, ਜਿਹੜੇ ਸਕੂਲ ਦੇ ਪੇਰੈਂਟਸ ਸੀ ਉਹ ਮੈਨੂੰ ਫਸਟ, ਈਵਨ ਜਿਹੜੇ ਛੋਟੇ ਛੋਟੇ ਐਵਰੀਡੇ ਫਸਟਸ ਆਉਂਦੇ ਨੇ, ਹਾਂਜੀ, ਉਹ ਵੀ ਅਸੀਂ ਨੈਵੀਗੇਟ ਕਿਸ ਤਰ੍ਹਾਂ ਕਰਦੇ ਉਸ ਟਾਈਮ 'ਤੇ। ਪਰ ਜਿਹੜਾ ਸੈਕੰਡ ਥਰਡ ਈਅਰ ਲੋਕੀ ਹੌਲੀ ਹੌਲੀ ਉਹ ਭੁੱਲ ਜਾਂਦੇ, ਕਿਉਂਕਿ ਉਹਨਾਂ ਦਾ ਮਤਲਬ ਉਹਨਾਂ ਦਾ ਇੰਨਾ ਕਲੋਜ਼ ਰਿਸ਼ਤਾ ਨਹੀਂ ਹੁੰਦਾ, ਲੇਕਿਨ ਸਾਡੇ ਲਈ ਉਹ ਸਾਲ ਉਹ ਸਮੇਂ ਕੋਈ ਐਨੀਵਰਸਰੀਜ਼ ਉਹਦਾ ਤਾਂ ਮੀਨਿੰਗ ਹਮੇਸ਼ਾ ਰਹੇਗਾ। ਪਰ ਥੋੜਾ ਜਿਹਾ ਇਸ ਤਰ੍ਹਾਂ ਵੀ ਸ਼ਾਇਦ ਹੋ ਜਾਂਦਾ ਕਿ ਜਦੋਂ ਜਿਹੜਾ ਪਹਿਲੀ ਵਾਰੀ ਹੁੰਦਾ ਉਹ ਪਹਿਲੀ ਵਾਰੀ ਉਹਨਾਂ ਦੇ ਬਗੈਰ ਹੁੰਦਾ ਹੈ, ਫਿਰ ਦੂਸਰੀ ਵਾਰੀ ਇਹ ਹੁੰਦਾ ਕਿ ਇਸ ਤਰ੍ਹਾਂ ਕਿ ਅਸੀਂ ਪਿਛਲੇ ਸਾਲ ਇਹ ਕੀਤਾ ਸੀਗਾ ਤੇ ਹੁਣ ਅਸੀਂ ਇਹ ਕਰ ਸਕਦੇ ਹਾਂ, ਇਸ ਤਰ੍ਹਾਂ ਦੀ ਵੀ ਕੋਈ ਚੀਜ਼ ਹੁੰਦੀ ਹੈ? ਕਿਉਂਕਿ ਤੁਸੀਂ ਇਹ ਤੁਹਾਡੇ 'ਤੇ ਹੈ ਕਿ ਤੁਸੀਂ ਕਿਸ ਤਰ੍ਹਾਂ ਉਸ ਬੰਦੇ ਨੂੰ ਯਾਦ ਰੱਖਣਾ, ਕਿਸ ਜਿਹੜਾ ਕੋਈ ਦਿਨ ਦਿਹਾੜਾ ਆਇਆ ਤੁਸੀਂ ਕੋਈ ਉਹਨਾਂ ਦੇ ਲਈ ਕੁਝ ਸਪੈਸ਼ਲ ਕਰਨਾ ਆ, ਇਹ ਤੁਹਾਡੇ 'ਤੇ, ਤੁਸੀਂ ਲੋਕਾਂ ਨੂੰ ਬੁਲਾਉਣਾ ਨਹੀਂ ਬੁਲਾਉਣਾ। what I'm trying to say is ਜਿਨ੍ਹਾਂ ਦਾ ਲੋਸ ਹੈ ਉਹਨਾਂ ਨੇ ਤਾਂ ਹਮੇਸ਼ਾ ਉਹਨਾਂ ਲਈ ਫਸਟ ਈਅਰ obviously ਫਸਟ ਈਅਰ ਡਿਫਰੈਂਟ ਆ ਕਿਉਂਕਿ ਫਸਟ ਟਾਈਮ ਪਹਿਲੀ ਵਾਰੀ ਹੋਇਆ, ਪਰ ਸੈਕੰਡ ਈਅਰ ਥਰਡ ਈਅਰ ਕਈ ਵਾਰੀ ਇਹ ਜ਼ਿਆਦਾ ਹਿੱਟ ਹੁੰਦਾ ਆ, ਕਿਉਂਕਿ ਸੈਕੰਡ ਈਅਰ ਥਰਡ ਈਅਰ ਤੁਸੀਂ ਫਿਰ ਵੀ, ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲੇ ਐਪੀਸੋਡ 'ਚ ਕਿਹਾ ਸੀ अर्ਲੀ ਗ੍ਰੀਫ ਆਪਾਂ ਕਹਿੰਦੇ ਕਿ 2 to 3 years ਹੁੰਦਾ ਆ। ਸੋ ਜਿਹੜਾ ਸੈਕੰਡ ਈਅਰ ਥਰਡ ਈਅਰ ਕਈ ਵਾਰੀ ਕਈ ਵਾਰੀ ਕਈਆਂ ਲਈ ਜ਼ਿਆਦਾ ਮੁਸ਼ਕਿਲ ਹੁੰਦਾ, ਕਿਉਂਕਿ ਉਸ ਟਾਈਮ 'ਤੇ ਉਹ ਸਾਰੇ ਜਿਹੜੇ ਤੁਹਾਡੇ ਨਾਲ ਫਸਟ ਐਕਨੋਲੇਜ ਕਰਦੇ ਆ ਉਹ ਸੈਕੰਡ ਈਅਰ ਥਰਡ ਈਅਰ 'ਚ ਨਹੀਂ ਹੈ, ਉਹ ਫਿਰ ਤੁਸੀਂ ਇਕੱਲਾਪਨ ਮਹਿਸੂਸ ਕਰਦੇ ਹੋ। ਤੁਹਾਡੇ ਲਈ ਤਾਂ ਉਹ ਹਰ ਸਾਲ ਆ ਰਿਹਾ ਡੇਟ। ਐਂਡ ਸ਼ਾਇਦ ਤੁਸੀਂ ਇਹ ਵੀ ਸੋਚਦੇ ਹੋ ਕਿ 1-2-3 ਸਾਲ ਹੋ ਗਏ, ਮੈਂ ਤੇ ਸੋਚਿਆ ਸੀਗਾ ਕਿ ਹੁਣ ਮੈਂ ਠੀਕ ਹੈ, ਪਰ ਉਹ ਫਿਰ ਉਹੀ ਜਜ਼ਬਾਤ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਜਾਂਦੇ ਨੇ, ਉਹੀ ਫਿਰ ਸਾਰਾ ਕੁਝ ਤੁਹਾਡੇ ਨਾਲ। ਸੋ ਕਮਿੰਗ ਬੈਕ ਟੂ ਜੋ ਅਸੀਂ ਕਿਹਾ ਸੀ, ਕਿਸੇ ਲਈ ਤੁਸੀਂ ਕਿਸ ਤਰ੍ਹਾਂ ਕਰ ਸਕਦੇ, ਹਮੇਸ਼ਾ ਉਹਨਾਂ ਨੂੰ ਆਲਵੇਜ਼ ਉਹਨਾਂ ਦਾ ਨਾਮ ਲਵੋ, ਉਹਨਾਂ ਨੂੰ ਯਾਦ ਰੱਖੋ, ਉਹਨਾਂ ਦੀਆਂ ਗੱਲਾਂ ਬਾਤਾਂ ਕਰੋ, ਉਹਨਾਂ ਦੇ ਜੋ ਕਈ ਵਾਰੀ ਜਿਵੇਂ ਜੇ ਕਿਸੇ ਦੀ ਡੈਥ ਹੋ ਗਈ, ਕੋਈ ਰੈਸਪੀ ਆ ਜਿਹੜੇ ਉਹਨਾਂ ਨੂੰ ਪਸੰਦ ਸੀਗੀ, ਉਹੋ ਜਿਹੀਆਂ ਚੀਜ਼ਾਂ ਤੁਸੀਂ ਇਹ ਆਪਣੀ ਫਰੈਂਡ ਨਾਲ ਫੈਮਿਲੀ ਨਾਲ ਤੁਸੀਂ ਇਹ ਚੀਜ਼ ਤਾਜ਼ਾ ਰੱਖ ਸਕਦੇ ਹੋ। ਹਾਂਜੀ, ਔਰ ਹਮੇਸ਼ਾ ਉਹਨਾਂ ਨਾਲ ਚੈੱਕ ਇਨ ਕਰੋ ਤੁਸੀਂ ਠੀਕ ਹੋ। ਐਜ਼ ਅ ਫਰੈਂਡ ਆਲਸੋ, ਜੇ ਤੁਸੀਂ ਜਿਹੜਾ ਬੰਦਾ ਸੋਗ ਦੇ ਥਰੂ ਜਾ ਰਿਹਾ, ਕਈ ਵਾਰੀ ਆਪਾਂ ਸਟੇਜਿਸ ਦੀ ਗੱਲ ਕੀਤੀ ਸੀਗੀ, ਉਸ ਬੰਦੇ ਨੂੰ ਨਹੀਂ ਖੁਦ ਆਈਡੀਆ ਹੋਏਗਾ ਕਿ ਮੇਰੇ ਨਾਲ ਕੀ ਹੋ ਰਿਹਾ, ਲੇਕਿਨ ਐਜ਼ ਅ ਫਰੈਂਡ ਔਰ ਫੈਮਿਲੀ ਜੇ ਤੁਹਾਨੂੰ ਆਈਡੀਆ ਹੈਗਾ ਕਿ ਮੇਰੇ ਜਿਹੜਾ ਫਰੈਂਡ ਹੈ ਉਹ ਬਹੁਤ ਦੇਰ ਹੋ ਗਈ ਇਸ ਚੀਜ਼ 'ਚੋਂ ਉੱਭਰ ਰਿਹਾ ਨਹੀਂ, ਸੋ ਉਸ ਚੀਜ਼ ਉਹਨਾਂ ਨੂੰ ਸੁਜੈਸਟ ਕਰੋ ਕਿ ਤੁਸੀਂ ਹੈਲਪ ਲੈ ਸਕਦੇ ਹੋ, ਪ੍ਰੋਫੈਸ਼ਨਲ ਹੈਲਪ ਲੈ ਸਕਦੇ ਹੋ। ਜਰਨਲਿੰਗ ਜਿਹੜੀ ਹੁੰਦੀ ਆ, ਹਾਂਜੀ, ਉਹ ਤੁਸੀਂ ਉਹਨਾਂ ਨੂੰ ਐਡਵਾਈਸ ਕਰ ਸਕਦੇ ਹੋ ਕਿ ਮਤਲਬ ਕਿ ਐਜ਼ ਐਨ ਆਊਟਸਾਈਡਰ, ਕਿਉਂਕਿ ਤੁਸੀਂ ਇੰਨੇ ਖੁੱਬੇ ਨਹੀਂ ਹੋਏ, ਤੁਸੀਂ ਉਹਨਾਂ ਨੂੰ ਇਸ ਚੀਜ਼ਾਂ ਦਾ ਤੁਹਾਨੂੰ ਧਿਆਨ ਹੋ ਸਕਦਾ। ਐਜ਼ ਐਨ ਆਊਟਸਾਈਡਰ ਤੁਸੀਂ ਉਹਨਾਂ ਨੂੰ ਐਡਵਾਈਸ ਕਰ ਸਕਦੇ ਹੋ, ਸਪੋਰਟ ਕਰ ਸਕਦੇ, ਕਿਉਂਕਿ ਕਈ ਵਾਰੀ ਉਸ ਬੰਦੇ ਨੂੰ ਖੁਦ ਆਈਡੀਆ ਨਹੀਂ ਹੁੰਦਾ ਕਿ ਮੈਂ ਇਸ ਚੀਜ਼ 'ਚੋਂ ਕਿੰਨਾ ਜ਼ਿਆਦਾ ਡੁੱਬਿਆ ਹੋਇਆ ਹਾਂ। ਪਰ ਕਦੇ ਕਦੇ ਸ਼ਾਇਦ ਅਸੀਂ ਡਰ ਜਾਂਦੇ ਹਾਂ ਕਿਸੇ ਚੀਜ਼ ਤੋਂ ਐਡਵਾਈਸ ਕਰਨ ਨੂੰ, ਕਿ ਕਿਉਂਕਿ ਉਹ ਫਿਰ ਉਲਟਾ ਸਾਨੂੰ ਨਾ ਕਹਿ ਦੇਣ ਕਿ ਤੈਨੂੰ ਕੀ ਪਤਾ ਹੈ, ਤੂੰ ਕਿਹੜਾ ਗੁਜ਼ਰਿਆ ਇਸ ਗੱਲ ਦੇ ਵਿੱਚੋਂ, ਤੂੰ ਕਿਹੜਾ ਮਹਿਸੂਸ ਕਰ ਰਿਹਾ ਕਿ ਤੂੰ ਮੈਨੂੰ ਐਡਵਾਈਸ ਦੇ ਰਿਹਾ ਹੈ। ਉਸ ਚੀਜ਼ ਨੂੰ ਫਿਰ ਅਸੀਂ ਕਿਵੇਂ ਹੈਂਡਲ ਕਰ ਸਕਦੇ ਹਾਂ? ਅਗੇਨ ਆਪਾਂ ਪਰਸਨਲੀ ਨਹੀਂ ਲੈਣੀ, ਇਹ ਸਾਡੇ ਬਾਰੇ ਨਹੀਂ ਹੈ, ਇਹ ਉਹਨਾਂ ਬਾਰੇ ਹੈ। ਜੇ ਕੋਈ ਗੁੱਸਾ ਕਰਦਾ ਆ, ਸ਼ਾਇਦ ਉਹਨਾਂ ਉਸ ਟਾਈਮ 'ਤੇ ਉਹ ਵਲਨਰੇਬਲ ਫੀਲ ਕਰ ਰਹੇ ਆ। ਹਾਂਜੀ, ਸੋ ਤੁਹਾਡੀ ਇੰਟੈਂਸ਼ਨ, ਤੁਹਾਡਾ ਜਿਹੜਾ ਇਰਾਦਾ ਆ, ਉਹ ਜੇ ਸੱਚਾ ਇਰਾਦਾ ਆ, ਭਾਵੇਂ ਉਹ ਬੰਦਾ ਲਵੇ ਜਾਂ ਨਾ ਲਵੇ, ਐਜ਼ ਅ ਗੁੱਡ ਫਰੈਂਡ ਔਰ ਫੈਮਿਲੀ ਮੈਂਬਰ ਜਿਹੜਾ
ਕੇਅਰ ਕਰਦਾ ਆ ਜੇ ਤੁਸੀਂ ਨੋਟਿਸ ਸੁਜੈਸਟ ਹੀ ਕਰਨਾ ਆ। ਆਈ ਥਿੰਕ ਮੇਬੀ ਅਸੀਂ ਉਸ ਟਾਈਮ ਤੇ ਸ਼ਾਇਦ ਕੋਈ ਇਸ ਤਰ੍ਹਾਂ ਦੇ ਸਵਾਲ ਵੀ ਕਰ ਸਕਦੇ ਉਹਨੂੰ ਕਿ ਤਾਂ ਕਿ ਉਹ ਖੁਦ ਉਸ ਕਨਕਲੂਜਨ ਤੇ ਪਹੁੰਚੇ ਕਿ ਉਹ ਖੁਦ ਜਿਹੜੀ ਗੱਲ ਅਸੀਂ ਸੁਜੈਸਟ ਕਰਨਾ ਚਾਹੁੰਦੇ ਹੋ ਕਿ ਉਹ ਖੁਦ ਕਿ ਤੈਨੂੰ ਕੀ ਲੱਗਦਾ ਕਿ ਤੂੰ ਕਿਵੇਂ ਕਰ ਸਕਦੇ ਕਿ ਕੀ ਤੁਹਾਡੀ ਹੈਲਪ ਕਿਉਂਕਿ ਇੱਕ ਚੀਜ਼ ਹਰ ਇੱਕ ਲਈ ਹੈਲਪਫੁਲ ਨਹੀਂ ਹੋਣੀ ਵੱਖਰੇ ਇਨਸਾਨ ਲਈ ਸੌਰੀ ਭੈਣ ਜੀ ਕਿ ਵੱਖਰੀ ਚੀਜ਼ ਵੱਖਰਿਆਂ ਲਈ ਹੈਲਪਫੁਲ ਹੋਣੀ ਹੈ। ਹਾਂਜੀ ਮੇਰੇ ਤਜਰਬੇ ਵਿੱਚ ਸੋ ਫਾਰ ਮੇਰੇ ਕਿੰਨੇ ਮੈਨੂੰ ਮੈਸੇजेस ਆਉਂਦੇ ਨੇ ਈਮੇਲਸ ਆਉਂਦੇ ਨੇ ਆਪਣੇ ਲਈ ਨਹੀਂ ਮੈਨੂੰ ਕਿੰਨੇ ਵਾਰੇ ਕਹਿਣਗੇ ਕਿ ਮੇਰੀ ਸਿਸਟਰ ਇਨ ਲਾਅ ਦਾ ਸ਼ੀ ਇਜ਼ ਡਾਊਨ ਹਾਂਜੀ ਔਨ ਬਿਹਾਫ ਆਫ ਸਮਵਨ ਮੈਂ ਉਹਨਾਂ ਦਾ ਫਿਕਰ ਕਰ ਰਹੀ ਹਾਂ ਜਾਂ ਮੈਂ ਕੀ ਕਰ ਸਕਦੀ ਕੀ ਤੁਸੀਂ ਹੈਲਪ ਕਰ ਸਕਦੇ ਹੋ। ਇਟਸ ਅ ਵੈਰੀ ਕਾਮਨ ਕੁਐਸਚਨ ਦੈਟ ਆਈ ਗੈਟ ਕਿ ਮੈਨੂੰ ਕੈਨ ਯੂ ਹੈਲਪ ਮਾਈ ਲਵਡ ਵਨ। ਮੈਂ ਹਮੇਸ਼ਾ ਇਹ ਕਹਿੰਦੀ ਕਿ ਤੁਹਾਡਾ ਜਿਹੜਾ ਲਵਡ ਵਨ ਆ ਤੁਹਾਡਾ ਪਿਆਰਾ ਆਰ ਦੇ ਰੈਡੀ। ਹਾਂਜੀ ਕਿਉਂਕਿ ਸ਼ਾਇਦ ਉਹ ਉਸ ਚੀਜ਼ ਦੇ ਲਈ ਹਾਲੇ ਰੈਡੀ ਨਹੀਂ ਹੈ ਜਾਂ ਉਹਨਾਂ ਨੂੰ ਖੁਦ ਆਈਡੀਆ ਨਹੀਂ ਹੈ ਕਿ ਹੈਲਪ ਹੈਗੀ ਆ ਜਾਂ ਹੈਲਪ ਦੀ ਲੋੜ ਆ। ਅਸੀਂ ਸੁਜੈਸਟ ਕਰ ਸਕਦੇ ਹਾਂ ਉਹਨਾਂ ਨੂੰ ਜਿਵੇਂ ਤੁਸੀਂ ਕਿਹਾ ਹੌਲੀ ਤੁਸੀਂ ਗੱਲਬਾਤ ਸ਼ੁਰੂ ਕਰ ਸਕਦੇ ਹੋ ਕਿ ਦੇਖ ਜਿਸ ਤਰ੍ਹਾਂ ਤੁਸੀਂ ਫੀਲ ਕਰ ਰਹੇ ਹੋ ਇਹ ਨੋਰਮਲ ਹੈ ਲੇਕਿਨ ਇਹ ਜ਼ਰੂਰੀ ਨਹੀਂ ਕਿ ਤੁਸੀਂ ਇਕੱਲੇ ਸਫ਼ਰ ਕਰੋ ਇਹ ਚੀਜ਼ ਦੀ ਹੈਲਪ ਹੈਗੀ। ਇਟਸ ਨੋਟ ਜਸਟ ਵਿਦ ਗ੍ਰੀਫ ਤੋਂ ਕੋਈ ਵੀ ਮੈਂਟਲ ਹੈਲਥ ਇਸ਼ੂ ਅਸੀਂ ਇਸ ਤਰ੍ਹਾਂ ਕਹਿੰਦੇ ਨਾ ਕਿ ਅਸੀਂ ਆਊਟ ਆਫ ਸਾਡਾ ਜਿਹੜਾ ਪਿਆਰ ਅਸੀਂ ਚਾਹੁੰਦੇ ਕਿ ਅਸੀਂ ਕਿਸੇ ਦੀ ਹੈਲਪ ਕਰੀਏ। ਸੋ ਇਹ ਐਜ਼ ਅ ਫਰੈਂਡ ਤੁਸੀਂ ਇਹ ਦੇਖੋ ਕਿ ਤੁਸੀਂ ਅਗਲੇ ਨੂੰ ਕਿਸ ਤਰ੍ਹਾਂ ਉਹਨਾਂ ਦੀ ਈਜ਼ ਉਹਨਾਂ ਨੂੰ ਕੰਫਰਟ ਦੇ ਸਕਦੇ ਉਹਨਾਂ ਨੂੰ ਸੂਦ ਕਰ ਸਕਦੇ ਹੋ। ਔਰ ਆਈ ਥਿੰਕ ਮੋਸਟ ਇੰਪੋਰਟੈਂਟ ਪੁਆਇੰਟ ਅੱਛਾ ਆਪਾਂ ਇਹ ਲੈਣਾ ਹੈ ਕਿ ਇਹ ਸਾਡੇ ਬਾਰੇ ਨਹੀਂ ਹੈ ਉਹਨਾਂ ਬਾਰੇ ਹੈ। ਜਿਹੜਾ ਗੁੱਸਾ ਕਰਨਾ ਪਰਸਨਲੀ ਅਸੀਂ ਜੇ ਉਹਨਾਂ ਨੇ ਤੁਹਾਨੂੰ ਕੁਝ ਕਹਿਤਾ ਗੁੱਸੇ ਵਿੱਚ ਉਸ ਟਾਈਮ 'ਤੇ ਜੇ ਉਹਨਾਂ ਦਾ ਮਨ ਨਹੀਂ ਸਹੀ ਰਸਤੇ ਜਾ ਰਿਹਾ ਜਾਂ ਉਹ ਸ਼ਾਇਦ ਉਹ ਉਹਨਾਂ ਦਾ ਗੁੱਸਾ ਆ ਇਹ ਥੋੜ੍ਹਾ ਜਿਹਾ ਆਪਾਂ ਆਪਣੇ ਮਨ 'ਚ ਰੱਖੀਏ ਜਦੋਂ ਅਸੀਂ ਕਿਸੇ ਨਾਲ ਡੀਲ ਕਰਦੇ ਜੋ ਸੋਗ ਦੇ ਥਰੂ ਜਾ ਰਿਹਾ ਆ। ਹਾਂਜੀ ਤੇ ਇੱਕ ਤੇ ਅਸੀਂ ਉਹਨਾਂ ਨੂੰ ਪੁੱਛਣਾ ਕਿ ਅਗਰ ਅਸੀਂ ਕਰ ਸਕਦੇ ਹਾਂ ਕਿ ਤੁਹਾਡੀ ਸਪੋਰਟ ਕਿਵੇਂ ਕੀਤੀ ਜਾਏ ਐਂਡ ਅਸੀਂ ਸੁਜੈਸਟ ਵੀ ਕਰ ਸਕਦੇ ਹਾਂ ਕਿ ਜਿਵੇਂ ਕੋਈ ਘਰ ਦੇ ਕੰਮ ਹੈ ਜੀ ਬਾਹਰ ਦੇ ਕੰਮ ਮੈਨੂੰ ਲੱਗਦਾ ਬੜੇ ਜ਼ਰੂਰੀ ਹੁੰਦੇ ਆ ਕਿਉਂਕਿ ਘਰ ਦੇ ਅੰਦਰ ਤੇ ਇਨਸਾਨ ਜਿਵੇਂ ਵੀ ਅਸੀਂ ਥੋੜੀ ਜੀ ਗੱਲ ਕੀਤੀ ਸੀ ਕਿ ਕਈ ਵਾਰੀ ਤੁਹਾਡਾ ਉੱਠਣ ਨੂੰ ਨਹੀਂ ਦਿਲ ਕਰਦਾ ਨਹਾਉਣ ਧੋਣ ਨੂੰ ਨਹੀਂ ਦਿਲ ਕਰਦਾ ਫਿਰ ਤੁਸੀਂ ਬਾਹਰ ਕਿਵੇਂ ਨਿਕਲੋਗੇ ਕਿ ਜਿਵੇਂ ਤੁਸੀਂ ਸੁਜੈਸਟ ਕੀਤਾ ਭੈਣ ਜੀ ਕਿ ਉਹਨਾਂ ਵਾਸਤੇ ਕੋਈ ਸ਼ਾਪਿੰਗ ਕਰ ਲੈਣੀ ਜਾਂ ਕੋਈ ਜਸਟ ਉਹਨਾਂ ਦੇ ਨਾਲ ਬੈਠਣਾ ਗੱਲਬਾਤ ਕਰਨੀ ਉਹਨਾਂ ਨਾਲ ਥੋੜੀ ਜਿਹੀ ਪੇਸ਼ੈਂਸ ਰੱਖੋ ਸਬਰ ਰੱਖੋ। ਕਈ ਵਾਰੀ ਜਿੱਦਾਂ ਕੋਈ ਫੰਕਸ਼ਨ ਹੋਵੇ ਅਸੀਂ ਕਿਸੇ ਨੂੰ ਬੁਲਾਇਆ ਆ ਤੇ ਉਹ ਸੋਗ ਦੇ ਥਰੂ ਜਾ ਰਹੇ ਤੇ ਮੇਬੀ ਉਹ ਜਲਦੀ ਘਰ ਚਲ ਜਾਂਦਾ ਅਸੀਂ ਜੋ ਗੁੱਸਾ ਕਰ ਲਏ ਕਿ ਉਹ ਤਾਂ ਆਇਆ ਹੀ ਨਹੀਂ ਜਾਂ ਉਹ ਆਇਆ ਜਲਦੀ ਚਲਾ ਗਿਆ ਇਹਦੇ ਵਿੱਚ ਸਾਨੂੰ ਖੁਦ ਨੂੰ ਸਾਡੀ ਸਮਝਣ ਦੀ ਲੋੜ ਆ ਅੰਡਰਸਟੈਂਡਿੰਗ ਦੀ ਲੋੜ ਆ ਕਿ ਐਕਚੁਅਲੀ ਉਹ ਬੰਦਾ ਇਸ ਵੇਲੇ ਉਸ ਚੀਜ਼ ਤੋਂ ਜਾ ਰਿਹਾ। ਸੋ ਪੇਸ਼ੈਂਸ ਸਬਰ ਰੱਖੋ ਐਕਸੈਪਟ ਕਰੋ ਕਿ ਉਹਨਾਂ ਨਾਲ ਇਹ ਹੋ ਰਿਹਾ ਔਰ ਹਮਦਰਦੀ ਦਇਆ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਹੈ। ਐਂਡ ਆਈ ਥਿੰਕ ਸਭ ਤੋਂ ਵੱਡੀ ਗੱਲ ਹੈ ਕਿ ਹਮੇਸ਼ਾ ਇਹ ਯਾਦ ਰੱਖਣਾ ਜੋ ਵੀ ਕੁਝ ਹੋ ਰਿਹਾ ਹੈ ਉਹ ਸਾਡੇ ਬਾਰੇ ਨਹੀਂ ਹੈ ਉਹ ਉਸ ਇਨਸਾਨ ਦੇ ਬਾਰੇ ਹੈ। ਤੇ ਭੈਣ ਜੀ ਅਗੇਨ ਹਰ ਵਾਰੀ ਤੁਸੀਂ ਇੰਨੀ ਸਾਡੇ ਨਾਲ ਨੌਲੇਜ ਸ਼ੇਅਰ ਕਰਦੇ ਹੋ ਸਾਨੂੰ ਇੰਨਾ ਕੁਝ ਸਿੱਖਣ ਨੂੰ ਮਿਲਦਾ ਹੈ ਤੁਹਾਡੇ ਨਾਲ ਬੈਠ ਕੇ ਗੱਲਾਂ ਕਰਕੇ ਬਹੁਤ ਕੁਝ ਮਿਲਦਾ ਹੈ। ਤੇ ਇੱਕ ਜਿਹੜੀ ਆਪਾਂ ਗੱਲ ਥੋੜੀ ਜਿਹੀ ਸ਼ੋਅ ਦੇ ਪਹਿਲੇ ਹਿੱਸੇ ਦੇ ਵਿੱਚ ਕਹੀ ਸੀਗੀ ਕਿ ਸਟੇਜ ਅਸੀਂ ਲਾਸਟ ਵੀਕ ਸਟੇਜਸ ਦੀ ਗੱਲ ਕੀਤੀ ਸੀ ਫਿਰ ਅਸੀਂ ਕਿਹਾ ਸੀ ਇੱਕ ਸਟੇਜ ਹੋਰ ਵੀ ਹੈਗਾ ਉਹ ਸਟੇਜ ਅਸੀਂ ਹੁਣ ਨੈਕਸਟ ਸ਼ੋਅ ਦੇ ਵਿੱਚ ਉਹਦੇ ਬਾਰੇ ਗੱਲ ਕਰਾਂਗੇ ਤੇ ਭੈਣ ਜੀ ਸਾਨੂੰ ਦੱਸਣਗੇ ਕਿ ਅਸੀਂ ਉਹ ਸਟੇਜ ਦੇ ਵਿੱਚ ਕਿਵੇਂ ਉਹਦੇ ਵਿੱਚ ਉਹਦੀ ਕਿਵੇਂ ਨਿਕਲਣਾ ਤੇ ਅਸੀਂ ਕੀ ਕਰ ਸਕਦੇ ਹਾਂ ਜਦੋਂ ਅਸੀਂ ਉਹ ਸਟੇਜ ਦੇ ਵਿੱਚ ਹੁੰਦੇ ਹਾਂ। ਤੇ ਭੈਣ ਜੀ ਅਗੇਨ ਤੁਹਾਡਾ ਧੰਨਵਾਦ ਤੇ ਨੈਕਸਟ ਸ਼ੋਅ ਤੇ ਤੁਸੀਂ ਆ ਕੇ ਸਾਡੇ ਨਾਲ ਉਹ ਸਾਰੀਆਂ ਗੱਲਾਂ ਸਾਂਝੀਆਂ ਕਰਨੀਆਂ ਨੇ। ਅੱਜ ਦੇ ਵਾਸਤੇ ਬਸ ਆਪਣੇ ਕੋਲੇ ਇੰਨਾ ਕੀ ਸਮਾਂ ਸੀਗਾ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਸ਼ੋਅ ਦੇ ਵਿੱਚ ਸਾਂਝ ਪਾਈ ਆਪਣਾ ਸਮਾਂ ਕੱਢ ਕੇ ਤੇ ਅਗਲੇ ਹਫਤੇ ਫਿਰ ਦੁਬਾਰਾ ਤੁਸੀਂ ਇਸੇ ਤਰ੍ਹਾਂ ਸ਼ੋਅ ਦੇ ਵਿੱਚ ਹਿੱਸਾ ਲੈਣਾ ਤੇ ਆਪਾਂ ਤੁਹਾਡੇ ਨਾਲ ਫਿਰ ਹੋਰ ਗੱਲਾਂ ਕਰਕੇ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।